ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਉਣਾ ਮਿਲ ਕੇ ਅੱਜ ਦੀਆਂ ਵਿਚਾਰ ਚਰਚਾਵਾਂ ਕਰਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब जी आया नु प्रोग्राम सच्चो सच विच बहुत शुक्रिया जी। डॉक्टर साहब आज 31 जुलाई 2018 16 सावन नानकशाही संमत 550 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਹਮੇਸ਼ਾ ਤਰ੍ਹਾਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਦੱਸ ਦਈਏ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਿਆਰਾ ਦਿਨ ਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ Spectrum cable, Arcin cable, Bell Pipe cable in Canada, Roku, Jadoo Box, Shava, Facebook, TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ Facebook ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ-ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਥੈਂਕ ਯੂ ਸੋ ਮਚ। ਸੋ ਕੀਪ ਵਾਚਿੰਗ TV84। जी डॉक्टर साहब प्रोग्राम के शुरू में जिस तरह कि सानू सारिਆਂ ਨੂੰ पता है कि अज शहीद उधम सिंह जी का जो शहीदी दिन है उन्होंने 78 साल हो गए ने शहीद होया नू। असी उन्हों की शहीदी तो शरदा के फुल पेट करते हैं तो इस बारे उन्हों की जो शहादत है उन्होंने बारे थोड़े विचार जानने चाहांगे। जी डॉक्टर साहब की विचार ने तुहाडियां? देखो अक्सर जदों असी शहीद शब्द जिहड़ा वो मूँह चों कढ़दे हैं जां अपनी कलम नाल लिखदे हैं जी ਤੇ ਸਿੱਖ ਇਤਿਹਾਸ ਵੱਲ ਨਜ਼ਰ ਜਾਏ ਤੇ ਫਿਰ ਸਾਡਾ ਲਗਭਗ 4 ਸਦੀਆਂ ਦਾ ਇਤਿਹਾਸ ਗੁਰੂ ਅਰਜਨ ਸਾਹਿਬ ਸ਼ਹੀਦਾਂ ਦੇ ਸਰਤਾਜ ਉਹਨਾਂ ਤੋਂ ਹੁਣ ਤੱਕ ਜਿਹੜਾ ਕਰੰਟ ਦੌਰ ਚੱਲ ਰਿਹਾ, ਕਿਉਂਕਿ ਇਹੀ ਜਦੋਂ ਅਸੀਂ 4 ਸਦੀਆਂ ਦੇ ਇਤਿਹਾਸ ਦੀ ਗੱਲ ਕਰਦੇ ਹਾਂ ਜਿੱਥੇ ਸਾਡਾ ਰੂਹਾਨੀ ਵਿਰਸਾ ਗੁਰੂ ਗ੍ਰੰਥ ਸਾਹਿਬ ਦੇ ਰੂਪ 'ਚ ਕੁੱਲ ਦੁਨੀਆ ਦੇ ਵਿੱਚ ਇਸ ਨੂੰ ਹਿਊਮੈਨਿਟੇਰੀਅਨਿਜ਼ਮ ਦਾ ਜਿਹੜਾ ਹੈ ਉਹ ਝੰਡਾ ਬਰਦਾਰ ਕਰਕੇ ਅੱਜ ਗੈਰ ਸਿੱਖ ਵੀ ਜਾਣਦੇ ਨੇ, ਜਿਸ ਚੋਂ ਇਨਸਾਨੀਅਤ ਮਖਲੂਕ ਦਾ ਉਸ ਰੱਬ ਦੇ ਨਾਲ ਬੱਚੇ ਬੱਚੀਆਂ ਵਾਲਾ ਸੰਬੰਧ ਔਰ ਇਸ ਲਈ ਸਾਡਾ ਸਭ ਦਾ ਇੱਕ ਦੂਸਰੇ ਨਾਲ ਭਰਾਵਾਂ ਭੈਣਾਂ ਵਾਲਾ ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨ ਬੋ। ਇੱਕ ਪਾਸੇ ਸਾਡਾ ਰੂਹਾਨੀਅਤ ਦਾ ਇਹ ਸੁਨੇਹਾ ਗੁਰੂ ਗ੍ਰੰਥ ਸਾਹਿਬ ਦੇ ਰੂਪ 'ਚ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਦੇ ਨਾਲ, ਤੇ ਦੂਸਰੇ ਪਾਸੇ ਆਪਣੇ ਹੱਕਾਂ ਲਈ ਖਲੋਣਾ, ਹੱਕ ਸੱਚ ਇਨਸਾਫ ਦੇ ਰਸਤੇ ਤੇ ਤੁਰਦਿਆਂ ਆਪਣੇ ਸਰੀਰ ਨੂੰ ਕੁਰਬਾਨ ਕਰਨ ਲੱਗਿਆਂ ਖਿੰਨ ਪਲ ਲਈ ਵੀ ਨਾ ਸੋਚਣਾ, ਇਹ ਵੀ ਇਤਿਹਾਸ ਦੇ ਵਿੱਚ ਸਿੱਖਾਂ ਦੇ ਹਿੱਸੇ ਆਇਆ। ਔਰ ਲਗਭਗ ਇਹਨਾਂ 4 ਸਦੀਆਂ ਦੇ ਵਿੱਚ ਜਿੰਨਾ ਫਖਰਯੋਗ ਅਸੀਂ ਇਤਿਹਾਸ ਸਿਰਜੇ, ਜੇ ਅਸੀਂ ਬਾਕੀਆਂ ਦੇ ਨਾਲ ਇਸ ਨੂੰ ਮੁਕਾਬਲਤਨ ਦੇਖੀਏ ਵਕਤ ਦੀ ਸੀਮਾ ਦੇ ਲਿਹਾਜ਼ ਨਾਲ ਵੀ, ਔਰ ਜਿੰਨੇ ਔਡਸ ਜਿੰਨੀਆਂ ਦੁਸ਼ਵਾਰੀਆਂ ਸਾਡੀ ਕੌਮ ਨੇ ਝੱਲੀਆਂ ਨੇ, ਇਸ ਦਾ ਹੋਰ ਕੋਈ ਟਾਕਰਾ ਨਹੀਂ ਹੋ ਸਕਦਾ। ਔਰ ਅਸੀਂ ਜੇ ਦੇਖੀਏ ਤੇ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਤੋਂ ਹੁਣ ਤੱਕ 4 ਪਾਵਰਫੁਲ ਬਾਦਸ਼ਾਹੀਆਂ ਦੇ ਨਾਲ ਅਸੀਂ ਟੱਕਰ ਲਈ। ਸਾਡੇ ਕੋਲ ਵੀ ਚੋਇਸ ਸੀ, ਜਿਵੇਂ ਦਿੱਲੀਸ਼ਵਰੋ ਈਸ਼ਵਰੋ ਕਹਿ ਕੇ ਉਸ ਧਰਤੀ ਦੇ ਜਿਹੜੇ ਜਾਏ ਸੀ ਜਿਨ੍ਹਾਂ ਨੂੰ ਬ੍ਰਾਹਮਣ ਜਿਹੜਾ ਉਹ ਲੀਡਰਸ਼ਿਪ ਦਿੰਦਾ ਸੀ, ਉਸ ਨੇ ਗੁਲਾਮੀ ਨੂੰ ਕਬੂਲ ਕੀਤਾ ਹੋਇਆ ਸੀ। ਦਿੱਲੀਸ਼ਵਰੋ ਈਸ਼ਵਰੋ ਦਿੱਲੀ ਦਾ ਬਾਦਸ਼ਾਹੀ ਰੱਬ ਹੈ। ਔਰ ਜਿਹੜੇ ਇਹਨਾਂ ਹੀ ਬ੍ਰਾਹਮਣਵਾਦ ਦੇ ਵਰਣ ਆਸ਼ਰਮ ਦੇ ਥੱਲੇ ਬਣਾਏ ਹੋਏ ਕਸ਼ਤਰੀਆ ਸੀ ਜਿਨ੍ਹਾਂ 'ਚ ਵੱਡਾ ਕਲੈਨ ਰਾਜਪੂਤਾਂ ਦਾ ਸੀ, ਉਹ ਆਪਣੀਆਂ ਧੀਆਂ ਦੇ ਭੈਣਾਂ ਦੇ ਆਪਣੇ ਪਰਿਵਾਰਾਂ ਦੇ ਜਿਹੜੇ ਨੇ ਡੋਲੇ ਦੇ ਕੇ ਮੁਗਲਿਆ ਸਲਤਨਤ ਨੂੰ ਜਿਹੜੇ ਉਹ ਬੜੇ ਖੁਸ਼ ਮਹਿਸੂਸ ਕਰਦੇ ਸੀ ਔਰ ਬੜਾ ਫਖਰ ਮਹਿਸੂਸ ਕਰਦੇ ਸੀ ਕਿ ਉਹਨਾਂ ਦੇ ਨਾਲ ਆਪਣੀ ਰਿਸ਼ਤੇਦਾਰੀ ਗੰਢੀ। ਸੋ ਇਹ ਚੋਇਸ ਸਿੱਖਾਂ ਦੇ ਕੋਲ ਵੀ ਸੀ ਕਿ ਵੀ ਉਹ ਵੀ ਉਹਨਾਂ ਦੇ ਵਾਂਗ ਚੁੱਪ ਕਰਕੇ ਜਾਂ ਜਿਵੇਂ ਉਹਨਾਂ ਦੇ ਜਿੰਨੇ ਅਵਤਾਰ ਔਰ ਉਹਨਾਂ ਦੇ ਜਿੰਨੇ ਈਵਨ ਪੋਇਟਰੀ ਗੋਸਵਾਮੀ ਤੁਲਸੀਦਾਸ ਦਾ ਅਕਸਰ ਅਸੀਂ ਜ਼ਿਕਰ ਕਰਦੇ ਕਿਉਂਕਿ ਉਹਨਾਂ ਦਾ ਰਾਮਚਰਿਤ ਮਾਨਸ ਜਿਸ ਨੂੰ ਤੁਲਸੀ ਰਾਮਾਇਣ ਕਿਹਾ ਜਾਂਦਾ ਹੈ, ਕਰੋੜਾਂ ਹਿੰਦੂ ਘਰਾਂ 'ਚ ਅੱਜ ਵੀ ਉਸ ਦਾ ਪਾਠ ਕੀਤਾ ਜਾਂਦਾ ਹੈ, ਉਸ ਦੀ ਪੂਜਾ ਕੀਤੀ ਜਾਂਦੀ ਹੈ, ਉਹਨੂੰ ਮੰਨਿਆ ਜਾਂਦਾ। ਸੋ ਗੋਸਵਾਮੀ ਤੁਲਸੀਦਾਸ ਵੀ ਇਸ ਗੱਲ ਦਾ ਤਾਂ ਫਿਕਰ ਕਰਦੇ ਨੇ ਕਿ ਢੋਲ ਢੋਰ ਸ਼ੂਦਰ ਔਰ ਨਾਰੀ ਸਾਰੇ ਤਾੜਨ ਕੇ ਅਧਿਕਾਰੀ, ਕਿ ਢੋਲ ਨੂੰ ਵੀ ਕੁੱਟਿਆਂ ਹੀ ਢੋਲ 'ਚੋਂ ਆਵਾਜ਼ ਨਿਕਲਦੀ ਹੈ। ਢੋਰ ਪਸ਼ੂ ਨੂੰ ਕਹਿੰਦੇ ਨੇ, ਪਸ਼ੂਆਂ ਨੂੰ ਵੀ ਜਿਹੜਾ ਡੰਡੇ ਦੇ ਨਾਲ ਕਾਬੂ ਆਉਂਦੇ ਨੇ। ਸ਼ੂਦਰਾਂ ਦੇ ਲਈ ਵੀ ਜਿਹੜਾ ਡੰਡਾ ਹੀ ਇਸਤੇਮਾਲ ਕਰਨਾ ਚਾਹੀਦਾ ਇਹਨਾਂ ਤੇ, ਔਰ ਔਰਤ ਵੀ ਜਿਹੜੀ ਹੈ ਡੰਡੇ ਨਾਲ ਕਾਬੂ ਆਉਂਦੀ ਹੈ। ਹੁਣ ਉਹਨਾਂ ਨੂੰ ਜਿਹੜਾ ਤੁਲਸੀਦਾਸ ਉਸੇ ਹੀ 15ਵੀਂ ਸਦੀ 'ਚ ਹੈ ਜਿਹਦੇ 'ਚ ਗੁਰੂ ਨਾਨਕ ਸਾਹਿਬ ਹੋਏ ਨੇ, ਸੋ ਉਸ ਨੂੰ
ਢੋਰ ਔਰ ਸ਼ੂਦਰ ਔਰ ਨਾਰੀ ਜਿਹੜੇ ਨੇ ਉਹ ਤਾਂ ਇੱਕ ਬਰਾਬਰ ਲੱਗਦੇ ਨੇ। ਇਹਦਾ ਮਤਲਬ ਹੈ ਵੀ ਸ਼ੂਦਰ ਔਰ ਔਰਤ ਪਸ਼ੂਆਂ ਦੇ ਬਰਾਬਰ ਹੈ। ਲੇਕਿਨ ਸਾਰੀ ਤੁਸੀਂ ਗੋਸਵਾਮੀ ਤੁਲਸੀਦਾਸ ਦੀ ਰਚਨਾ 'ਚ ਇੱਕ ਵੀ ਲਾਈਨ ਨਹੀਂ ਲੱਭ ਸਕਦੇ ਜਿਸ 'ਚ ਜ਼ੁਲਮ ਦੇ ਖਿਲਾਫ, ਜਿਸ ਦੇ ਵਿੱਚ ਗੁਲਾਮੀ ਦੇ ਖਿਲਾਫ ਕੋਈ ਲਫ਼ਜ਼ ਕਿਹਾ ਹੋਏ। ਇਸ ਦੇ ਉਲਟ ਉਸੇ 15ਵੀਂ ਸਦੀ 'ਚ ਗੁਰੂ ਨਾਨਕ ਸਾਹਿਬ ਪ੍ਰਕਾਸ਼ਮਾਨ ਹੁੰਦੇ ਨੇ ਔਰ ਉਹ ਜਿਹੜਾ ਜ਼ੁਲਮ ਦਾ ਸਾਰਾ ਰੂਲਿੰਗ ਹਕੂਮਤ ਦਾ ਜਿਹੜਾ ਉਹਨਾਂ ਦਾ ਸਾਰਾ ਅਮਲਾ ਫੈਲਾ ਉਹ ਕੱਲਾ ਬਾਦਸ਼ਾਹਾਂ ਲਈ ਨਹੀਂ, ਰਾਜੇ ਸ਼ੀਂ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ ਚਾਕਰ ਨਹਿੰਦਾ ਪਾਇਨ ਘਾਓ ਰਤ ਪਿੱਤ ਕੁੱਤਿਓ ਚੱਟ ਜਾਓ। ਇੰਨੀ ਸਟਰੋਂਗ ਸਟੇਟਮੈਂਟ ਹੋਰ ਕਿਤੇ ਦੁਨੀਆ 'ਚ ਤੁਹਾਨੂੰ ਕਿਸੇ ਪੈਗੰਬਰ ਵੱਲੋਂ ਵੇਲੇ ਦੇ ਹਾਕਮਾਂ ਦੇ ਖਿਲਾਫ ਨਹੀਂ ਮਿਲੇਗੀ। ਫਿਰ ਅਸੀਂ ਬਾਬਰ ਦਾ ਹਮਲਾ ਦੇਖਦੇ ਹਾਂ ਏਮਨਾਬਾਦ ਸ਼ਹਿਰ 'ਚ, ਉਸ ਦੀ ਗ੍ਰਿਫਤਾਰੀ ਦਿੰਦੇ ਨੇ ਉੱਥੇ ਜਾ ਕੇ ਚੱਕੀ ਪੀਸਣ ਤੱਕ। ਔਰ ਫਿਰ ਵੀ ਚੈਲੰਜ ਹੈ कि पाप की जंज लै काबलों ताया जोरी मंगे दान वे ला लो कि तेरी सारी फौज पाप दी जंज है और इतनी मार पई कुरलाने तैंकी दर्द ना आया। इंसानियत दा दर्द है ते सच की बाणी नानक आखे सच सुनाए सी सच की वेला दे नाल। गुरु साहब ये अपनी उम्मत दे लई, अपनी कौम दे लई, अपने फॉलोअर्स दे लई, सिखां दे लई पैमाना सैट कर दिंदे ने कि किसा कोई भी युग होए, कोई भी सल्तनत, कोई भी जियोग्राफिकल एरिया होए, सिख ने सच दे उत्ते खलो के पहरा देना और जाबर नूं जुल्म करन वाले नूं टायरेंट नूं। और यही 10वें पातशाह जदों ये फरमांदे ने कि संत समूह साध समूह प्रसन्न फिरें जग छत्र सभै अवलोक चपेंगे कि दुनिया दे विच ऐसा सिस्टम, ऐसा निज़ाम जिथे भले लोग जिहड़े ने वो प्रॉस्पर होण और जिहड़ा दुश्मन है उस नूं पताल दे विच तकना। और यही खालसा सोए जो निर्धन को पाले, खालसा सोए जो दुष्ट को गाले। क्योंकि ये समझना बड़ा जरूरी है जदों असीं बीतियां सदियां दे अपने शहीदां नूं याद करते हैं जां अजोके वर्तमान पीरीयड पिछले 4 दहाकियां दे खालिस्तान दे शहीदां नूं याद करते हैं। ते जे इस विचारधारा दी गुरमत दी फिलासफी दी समझ होएगी तो फिर ये गल सुखैन समझ आ जाती है कि ऐसा पंजाब दी धरती ते की होया कि जिथे सैकड़ियां सालां तो उस किस्म दी गुलामी नूं कबूल करन दी गल सी, जिहड़ा आंदा सी उहदे अगे सिर झुका के उस नूं ही जिहड़ी है वो लगान देन लग जाते सी, उस दे हवाले ही अपनी उपज कर लग जाते सी। 18वीं सदी तक भी ये वरतारा सी कि खादा पीता लाए दा रहिंदा अहमद शाह दा, खा पी लो यही लाए दा काम है बाकी लै जाने। ते किवें उस धरती दे उत्ते वो बलकार योधे आए जिन्हां ने फिर उस धरती दे खमीर नूं बदलिया और उस चों फिर आवाज़ उठी कि पंजाब दौलत याही ते सिख खाहें दखनी पश्चिमी किम लै जाए कि ये पंजाब साडा सारा पंजाबियां दा है और इस दौलत दी राखी इस नूं दखण और पश्चिम तो आउण वाले हमलावर जिहड़े ने उन्हां नूं ये कोई असीं इजाजत नहीं देंगे कि भाई वो साडी इस दौलत नूं लुट्टण। और ये इतिहास इस गल दी गवाही दिंदा है कि एक छोटी जी मुट्ठी पर कौम जिन्हां नूं बेशक उन्हां दीयां 3 जनरेशनां जंगलां दे विच रहीआं, उन्होंने धरती दे खमीर नूं ही नहीं बदलिया, बादशाहत नूं भी बदलिया। बुल्ले शाह ये कहण ते मजबूर होए भूरियां वाले राजे कीते मुगलां जहर प्याले पीते कि भूरियां दी बुक्कड़ मारन वाले उस धरती दे बादशाह बने। कौड़ा घुट मुगलां नूं भी भरना पिया और दरा खैबर पार तो आने वाले धाड़वियां ने भी फिर खालसे दी उस तलवार दा जिहड़ा उस स्वाद चखिया और किवें महाराजा रणजीत सिंह दे पीरीयड तक पहुँचते हैं सारे उस खिते दियां सरहदां बदलदियां ने। कौम दा प्राइड किस हद तक जिहड़ा जाके फिर उस धरती दे उत्ते एक वो शांत माहौल सिरजदा है जिस चो खुशहाली निकलदी। और शाह मुहम्मद वर्गा शायर ये कहण ते मजबूर हुंदा है कि हिंदू मुसलमान दोवें राजी रहिंदे ने, इत्थे कोई तीसरी कौम नहीं आई। लेकिन जदों असीं ट्रेटर्स की गल करते हैं, गद्दारियां की गल करते हैं, घरेलू खाना जंगी की गल करते हैं, ईरखा ते हौमे की गल करते हैं तो फिर सब तो दुखद जिहड़ा पीरीयड है वो साडे इतिहास का 1839 तो
1846 ਤੱਕ ਹੈ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਔਰ ਜੀ। ਪਹਿਲੀ ਅੰਗਰੇਜ਼ ਸਿੱਖ ਜੰਗ ਕਿ ਕਿਵੇਂ ਫਿਰ ਜਿਸ ਨੂੰ ਸ਼ਾਹ ਮੁਹੰਮਦ ਨੇ ਉਸ ਜੰਗ ਦੇ ਵਿੱਚ ਕਿਵੇਂ ਗਦਾਰੀਆਂ ਨੇ ਕੀ ਰੋਲ ਅਦਾ ਕੀਤਾ, ਉਸ ਨੂੰ ਇੱਕ ਲਾਈਨ 'ਚ ਉਹਨਾਂ ਨੇ ਕਿਹਾ ਕਿ ਸ਼ਾਹ ਮੁਹੰਮਦਾ ਇੱਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ, ਕਿ ਕਿਵੇਂ ਲੜਾਈ ਦਾ ਰੁਖ ਬਦਲਿਆ ਔਰ ਅੰਗਰੇਜ਼ ਪੰਜਾਬ ਦੇ ਉੱਤੇ ਕਾਬਜ਼ ਹੋਏ। ਉਦੋਂ ਤੱਕ ਅੰਗਰੇਜ਼ ਬਾਕੀ ਭਾਰਤ ਦੇ ਸਾਰੇ ਹਿੱਸੇ ਤੇ 1757 ਦੀ ਪਲਾਸੀ ਦੀ ਲੜਾਈ ਤੋਂ ਬਾਅਦ ਕਾਬਜ਼ ਹੋ ਚੁੱਕੇ ਸੀ। ਸੋ ਪੰਜਾਬ ਉਹਨਾਂ ਦੇ ਜਿਹੜੀ 1.5 ਲੱਖ ਮੁਰੱਬਾ ਮੀਲ ਤੋਂ ਜ਼ਿਆਦਾ ਦੀ ਸਰਜ਼ਮੀਨ ਸੀ, ਇਹ ਸਭ ਤੋਂ ਅਖੀਰ 'ਚ ਅੰਗਰੇਜ਼ੀ ਸਲਤਨਤ ਦਾ ਹਿੱਸਾ ਬਣੀ। ਲੇਕਿਨ ਇਹ ਵੀ ਫਿਰ ਬੇਸ਼ੱਕ ਸਾਡਾ ਉਸ ਧਰਤੀ ਦਾ ਪੰਜਾਬ ਦਾ ਪੰਜਾਬੀਆਂ ਦਾ ਉਹ ਸਾਂਝਾ ਰਾਜ ਅੰਗਰੇਜ਼ਾਂ ਦੇ ਪੇਟੇ ਪਿਆ, ਪਰ ਸਿੱਖ ਆਰਾਮ ਨਾਲ ਨਹੀਂ ਬੈਠੇ। ਔਰ ਇਸ ਗੱਲ ਨੂੰ ਮੈਂ ਬਾਰ-ਬਾਰ ਕੋਟ ਨਹੀਂ ਕਰਾਂਗਾ ਕਿ ਕਿਵੇਂ ਜੇ ਇਸ 98 ਸਾਲ ਦਾ ਪੀਰੀਅਡ ਹੀ ਦੇਖੀਏ, 1849 ਚ ਪੰਜਾਬ ਬ੍ਰਿਟਿਸ਼ ਸਲਤਨਤ ਦਾ ਹਿੱਸਾ ਬਣਦਾ ਹੈ, 1947 ਚ ਅੰਗਰੇਜ਼ ਸਬ ਕੰਟੀਨੈਂਟ ਚੋਂ ਨਿਕਲਦੇ ਨੇ ਭਾਰਤ ਔਰ ਪਾਕਿਸਤਾਨ ਦੀ ਵੰਡ ਕਰਕੇ, ਔਰ ਇਸ 98 ਸਾਲ ਦੇ ਪੀਰੀਅਡ 'ਚ 2% ਤੋਂ ਵੀ ਘੱਟ ਭਾਰਤ ਦੀ ਆਬਾਦੀ ਜਿਨ੍ਹਾਂ ਸਿੱਖਾਂ ਦੀ ਸੀ, ਉਹਨਾਂ ਨੇ 80% ਤੋਂ ਵੱਧ ਕੁਰਬਾਨੀਆਂ ਕੀਤੀਆਂ ਨੇ। ਉਹ ਫਾਂਸੀਆਂ ਦੀ ਕਹਾਣੀ ਹੋਏ, ਉਹ ਕਾਲੇ ਪਾਣੀ ਹੋਏ, ਉਹ ਜੇਲਾਂ ਹੋਣ, ਉਹ ਡਾਂਗਾਂ ਦੀ ਮਾਰ ਹੋਏ, ਉਹ ਆਪਣੀਆਂ ਪ੍ਰਾਪਰਟੀਆਂ ਕੁਰਕ ਕਰਾਉਣ ਦੀ ਗੱਲ ਹੋਏ। ਸੋ ਜ਼ਾਹਰ ਹੈ ਕਿ ਇਸ ਪੀਰੀਅਡ 'ਚ ਔਰ ਇਹ ਜਿਹੜੀ ਬਗਾਵਤ ਦੀ ਗੱਲ ਹੈ, ਅੰਗਰੇਜ਼ਾਂ ਨੂੰ ਚੈਲੰਜ ਕਰਨ ਦੀ ਗੱਲ ਹੈ, ਭਾਈ ਮਹਾਰਾਜ ਸਿੰਘ ਦੇ ਨਾਲ ਸ਼ੁਰੂ ਹੋ ਜਾਂਦੀ ਹੈ। ਫਿਰ ਅਸੀਂ ਕੂਕਾ ਲਹਿਰ ਦੇਖਦੇ ਹਾਂ, ਬਾਬਾ ਰਾਮ ਸਿੰਘ ਕੂਕਾ ਜਿਨ੍ਹਾਂ ਨੂੰ ਨਾਮਧਾਰੀ ਕਿਹਾ ਜਾਂਦਾ। ਅੱਜ ਵੱਖਰੀ ਗੱਲ ਹੈ ਵੀ ਉਹ ਕਿਵੇਂ ਹਿੰਦੂ ਤਵੀਆਂ ਦੇ ਖਾਤੇ 'ਚ ਪਏ ਹੋਏ ਨੇ, ਕਿ ਕਿਵੇਂ ਇੱਕ ਸਿਰੇ ਤੋਂ ਦੂਸਰੇ ਸਿਰੇ ਤੱਕ ਉਹਨਾਂ ਨੇ ਉਹਨਾਂ ਦਾ ਸਮਾਜਿਕ ਬਾਈਕਾਟ ਤਾਂ ਹੈ ਹੀ ਸੀ, ਆਰਥਿਕ ਵੀ ਕੀਤਾ, ਆਪਣੇ ਪੋਸਟ ਆਫਿਸ ਐਸਟੈਬਲਿਸ਼ ਕੀਤੇ, ਉਹਨਾਂ ਦੀਆਂ ਫੈਕਟਰੀਆਂ ਦੇ ਬਣਾਏ ਕੱਪੜੇ ਰਿਜੈਕਟ ਕਰਕੇ ਖੱਦਰ ਪਾਉਣ ਦੀ ਮੁਹਿੰਮ, ਜਿਹੜਾ ਘਰਾਂ ਦੇ ਵਿੱਚ ਸਾਡੀਆਂ ਬੀਬੀਆਂ ਜਿਸ ਨੂੰ ਕਦੇ ਪ੍ਰੋਫੈਸਰ ਪੂਰਨ ਸਿੰਘ ਨੇ ਸਿਸਟਰਸ ਆਫ ਦਾ ਸਪਿਨਿੰਗ ਵੀਲ ਦੇ ਨਾਲ ਜਿਹੜਾ ਹਮੇਸ਼ਾ ਲਈ ਇਮੋਰਟਲਾਈਜ਼ ਕਰ ਦਿੱਤਾ, ਉਸ ਨੂੰ ਉਹਨਾਂ ਨੇ ਐਨਕਰੇਜ ਕੀਤਾ। ਫਿਰ ਅਸੀਂ ਦੇਖਦੇ ਹਾਂ ਕਿ ਜਿਹੜੇ ਸਿੱਖ ਬਾਹਰ ਨਿਕਲੇ 19ਵੀਂ ਸਦੀ ਦੇ ਅਖੀਰ 'ਚ ਬਾਹਰ ਆਏ, 20ਵੀਂ ਸਦੀ ਦੀ ਬਿਗਨਿੰਗ 'ਚ ਜਾ ਕੇ ਉਹਨਾਂ ਨੇ ਕਿਵੇਂ ਗਦਰ ਪਾਰਟੀ ਦੇ ਨਾਲ, ਜਿਹਦੇ 'ਚ ਕਿ 22 ਤੋਂ ਜ਼ਿਆਦਾ ਦੇਸ਼ਾਂ ਤੋਂ ਜਿਹੜੇ ਸਿੱਖ, ਔਰ ਉਹਨਾਂ 'ਚ ਵੀ ਭਾਵੇਂ ਉਹਨਾਂ 'ਚ ਕੁਝ ਮੁਸਲਮਾਨ ਵੀ ਸਨ, ਥੋੜੇ ਜਿਹੇ ਹਿੰਦੂ ਵੀ ਸਨ, ਪਰ ਲਗਭਗ 90% ਤੋਂ ਜ਼ਿਆਦਾ ਜਿਹੜੇ ਗਦਰੀ ਬਾਬੇ ਨੇ, ਜਿਨ੍ਹਾਂ ਨੂੰ ਅਸੀਂ ਸਤਿਕਾਰ ਨਾਲ ਕਹਿੰਦੇ ਹਾਂ, ਉਹ ਸਿੱਖ ਹੀ ਸਨ। ਸੋ ਉਹਨਾਂ ਨੇ ਜਾ ਕੇ ਉੱਥੇ ਆਪਣਾ ਇੱਥੋਂ ਦੇ ਸਾਰੇ ਜ਼ਿੰਦਗੀ ਛੱਡ ਕੇ ਉੱਥੇ ਜਾ ਕੇ ਉਹਨਾਂ ਨੇ ਕੁਰਬਾਨੀਆਂ ਕੀਤੀਆਂ, ਕੋਈ ਫਾਂਸੀ ਤੇ ਲੱਗੇ, ਕੋਈ ਜੇਲ੍ਹਾਂ 'ਚ ਰਹੇ। ਫਿਰ ਅਕਾਲੀ ਲਹਿਰ ਦਾ ਅਸੀਂ ਦੇਖਦੇ ਹਾਂ ਕਿਵੇਂ ਮਹੰਤਾਂ ਦੇ ਮੁਕਾਬਲੇ ਬਰਾਬਰ ਬੱਬਰ ਅਕਾਲੀ ਲਹਿਰ ਦੀ ਗੱਲ। ਔਰ ਇਸ ਦੌਰ ਦੇ ਵਿੱਚ ਹੀ ਜਦੋਂ ਅਸੀਂ ਦੇਖਦੇ ਹਾਂ ਕਿ ਇੱਕ ਪਾਸੇ ਜਿਹੜਾ ਉਹ ਪਹਿਲਾ ਸੰਸਾਰ ਜੰਗ 1914 ਤੋਂ 1918 ਤੱਕ ਖਤਮ ਹੁੰਦਾ ਹੈ, ਔਰ ਉਸ ਤੋਂ ਪਹਿਲਾਂ ਕਿਉਂਕਿ ਜਦੋਂ ਗਦਰੀ ਬਾਬਿਆਂ ਨੇ ਉੱਥੇ ਜਾਣ ਦਾ ਫੈਸਲਾ ਕੀਤਾ, ਉਹਨਾਂ ਨੂੰ ਇਹ ਸੀ ਕਿ ਵੀ ਜਦੋਂ ਅੰਗਰੇਜ਼ ਰੁੱਝੇ ਹੋਣਗੇ ਜੰਗ ਦੇ ਵਿੱਚ, ਉਹਨਾਂ ਨੂੰ ਸੀ ਕਿ ਜੰਗ ਲੱਗਣ ਦੀਆਂ ਸੰਭਾਵਨਾਵਾਂ ਨੇ, ਪਰ ਜੰਗ ਲੇਟ ਹੋਇਆ ਔਰ ਉੱਥੇ ਗਦਾਰੀ ਦੀ ਵਜ੍ਹਾ ਕਰਕੇ ਉਹ ਇੱਕ ਡਿਫਰੈਂਟ ਚੈਪਟਰ ਹੈ ਕਿਵੇਂ ਮੂਵਮੈਂਟ ਫੇਲ ਹੋਈ। ਪਰ ਜਿਉਂ ਹੀ ਜਿਹੜਾ ਉਹ ਜੰਗ ਖਤਮ ਹੋਈ, ਅੰਗਰੇਜ਼ ਜਿਹੜੇ ਨੇ ਉਹਨਾਂ ਨੇ ਕੰਸੈਸ਼ਨ ਤਾਂ ਕੀ ਦੇਣੇ ਸੀ, ਪਹਿਲੀ ਸੰਸਾਰ ਜੰਗ 'ਚ ਸਿੱਖਾਂ ਦੀ ਕੁਰਬਾਨੀ ਆਪਣੀ ਥਾਂ ਤੇ ਸੀ, ਲੇਕਿਨ ਉਹਨਾਂ ਨੇ ਭਾਰਤ ਭਰ ਦੇ ਵਿੱਚ ਜਿਹੜਾ ਆਜ਼ਾਦੀ ਦੀ ਜਿਹੜੀ ਤਹਿਰੀਕ ਵਾਲੇ ਲੋਕ ਸਨ ਜਾਂ ਆਮ ਭਾਰਤੀ ਵੀ ਸਨ, ਉਹਨਾਂ ਦਾ ਸ਼ਿਕੰਜਾ ਕੱਸਿਆ। ਔਰ ਕਿਵੇਂ ਉਹਨਾਂ ਨੇ ਰੌਲਟ ਐਕਟ ਨਾਂ ਦਾ ਇੱਕ ਕਾਲਾ ਕਾਨੂੰਨ ਲਿਆਂਦਾ। ਅਸੀਂ ਕਾਲਾ ਕਾਨੂੰਨ ਪੜ੍ਹਦੇ ਰਹੇ ਕਹਿੰਦੇ, ਪਰ ਜੇ ਅੱਜ ਦੇ ਇਹਨਾਂ ਦੇ ਕਾਨੂੰਨ ਔਰ ਟਾਡਾ ਔਰ ਮੀਸਾ, ਉਸ ਤੋਂ ਪਹਿਲਾਂ ਮੇਨਟੇਨੈਂਸ ਆਫ ਇੰਟਰਨਲ ਸਿਕਿਉਰਿਟੀ ਐਕਟ, ਜਾਂ ਅੱਜ ਪੋਟਾ ਔਰ ਜਿਸ ਕਿਸਮ ਦੇ ਕਾਨੂੰਨ ਬਣ ਰਹੇ ਨੇ, ਸੋ ਉਹਦੇ ਸਾਹਮਣੇ ਤਾਂ ਰੌਲਟ ਐਕਟ ਜ਼ਿਆਦਾ ਗੋਰਾ ਲੱਗਦਾ, ਕਾਲਾ ਤਾਂ ਨਹੀਂ ਲੱਗਦਾ ਹੈ। ਲੇਕਿਨ ਉਹਦੇ 'ਚ ਇਹ ਸੀ ਕਿ ਕਿਤੇ 5 ਬੰਦੇ ਵੀ ਇਕੱਠੇ ਨਹੀਂ ਹੋ ਸਕਦੇ ਜਾਂ ਦੂਸਰੇ। ਸੋ ਜ਼ਾਹਰ ਹੈ ਕਿ ਪੰਜਾਬ ਦੇ ਵਿੱਚ ਕਿਉਂਕਿ ਆਲਰੇਡੀ ਗਦਰੀ ਬਾਬਿਆਂ ਦੀ ਬਦੌਲਤ ਵੀ ਔਰ ਉਸ ਧਰਤੀ ਦੀ ਖਮੀਰ ਦੀ ਬਦੌਲਤ ਵੀ ਜਿਹੜੀ ਹੈ ਅਵੇਅਰਨੈਸ ਸੀ, ਔਰ ਇਸ ਦਾ ਵਿਰੋਧ ਹੋਇਆ, ਥਾਂ ਥਾਂ ਤੇ ਜਲਸੇ ਜਲੂਸ ਸ਼ੁਰੂ ਹੋਏ। ਔਰ 13 ਅਪ੍ਰੈਲ 1919 ਵਾਲੇ ਦਿਨ ਜਲਿਆਂਵਾਲਾ ਬਾਗ, ਜਿਹੜਾ ਕਿ ਮਿਸਲਾਂ ਦੇ ਪੀਰੀਅਡ ਦਾ ਸਰਦਾਰ ਜੱਲਾ, ਜਿਸ ਦਾ ਉਹ ਬਾਗ ਸੀ ਜਿਹੜਾ ਪਹਿਲਾਂ ਵੀ ਆਮ ਇਕੱਠਾਂ ਦੇ ਲਈ ਇਸਤੇਮਾਲ ਕੀਤਾ ਜਾਂਦਾ ਸੀ, ਕੋਈ ਬਹੁਤ ਵੱਡਾ ਬਾਗ ਨਹੀਂ ਸੀ ਵੀ ਬਹੁਤ ਹਜ਼ਾਰਾਂ ਲੋਕ ਉੱਥੇ ਹੋਣ। ਅੱਜ ਵੀ ਤੁਸੀਂ ਜਾ ਕੇ ਦੇਖੋ, ਗਾਰਡਨ ਸੀ, ਉਹਦੇ 'ਚ ਖੂਹ ਵੀ ਸੀ। ਔਰ ਕਿਵੇਂ ਉਸ ਇਕੱਠ ਨੂੰ
ਉਸ ਵੇਲੇ ਪੰਜਾਬ ਦਾ ਗਵਰਨਰ ਸਰ ਮਾਈਕਲ ਓਡਵਾਇਰ ਜਿਹੜਾ ਇਹ ਸਮਝਦਾ ਸੀ ਕਿ ਵੀ ਜਿਹੜੀ ਸਭ ਤੋਂ ਜ਼ਿਆਦਾ ਵਿਰੋਧਤਾ ਰੌਲਟ ਐਕਟ ਦੀ ਹੈ ਔਰ ਅੰਗਰੇਜ਼ਾਂ ਦੇ ਖਿਲਾਫ ਇੱਕ ਮੂਵਮੈਂਟ ਬਣ ਰਹੀ ਹੈ, ਉਸ ਦੇ ਵਿੱਚ ਸਿੱਖ ਅੱਗੇ ਨੇ ਔਰ ਬਾਕੀਆਂ ਨੂੰ ਵੀ ਜਿਹੜਾ ਇਹ ਸਬਕ ਸਿਖਾਉਣ ਦੀ ਲੋੜ ਹੈ ਪੰਜਾਬ ਵਾਸੀਆਂ ਨੂੰ, ਤਾਂ ਕਿ ਉਹ ਸਿਰ ਨਾ ਚੁੱਕਣ। ਉਸ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਕਿ 20ਵੀਂ ਸਦੀ ਦੀ ਬਿਗਨਿੰਗ 'ਚ ਅੰਗਰੇਜ਼ਾਂ ਨੂੰ ਇੱਕ ਹੋਰ ਲਹਿਰ ਜਿਹੜੀ ਪਗੜੀ ਸੰਭਾਲ ਹੋਏ ਜੱਟਾ, ਜਿਸ ਦਾ ਨਾਂ ਰੱਖਿਆ ਜਾਂਦਾ ਹੈ ਕਿਉਂਕਿ ਜਦੋਂ ਨਹਿਰੀ ਕਾਲੋਨੀਜ਼ ਜਿਹੜੀਆਂ ਲਾਇਲਪੁਰ ਔਰ ਦੂਸਰੀਆਂ ਬਾਰਜ਼ ਦੇ ਵਿੱਚ ਆਬਾਦ ਹੋਈਆਂ, ਨਹਿਰੀ ਸਿਸਟਮ ਉੱਥੇ ਦਿੱਤਾ। ਪਹਿਲਾਂ ਉਹਨਾਂ ਨੂੰ ਉਹਨਾਂ 'ਚ ਬਹੁਤ ਘੱਟ ਸੀ ਉਹਨਾਂ ਦੇ ਉੱਤੇ ਜਿਹੜਾ ਮਾਲੀਆ, ਪਰ ਜਿਉਂ ਹੀ ਉਹਨਾਂ ਦੀ ਆਮਦਨ ਹੋਣ ਲੱਗੀ, ਕਿਸਾਨ ਥੋੜੇ ਬਹੁਤ ਖੁਸ਼ਹਾਲ ਹੋਣ ਲੱਗੇ, ਅੰਗਰੇਜ਼ਾਂ ਨੇ ਉਹਨਾਂ ਦੇ ਉੱਤੇ ਬਹੁਤ ਜ਼ਿਆਦਾ ਟੈਕਸ ਲਾ ਕੇ ਉਹਦਾ ਮਾਲੀਆ ਵਧਾ ਦਿੱਤਾ। ਔਰ ਇਹ ਭਗਤ ਸਿੰਘ, ਸ਼ਹੀਦ ਭਗਤ ਸਿੰਘ ਦਾ ਚਾਚਾ ਸਰਦਾਰ ਅਜੀਤ ਸਿੰਘ ਔਰ ਲਾਜਪਤ ਰਾਏ ਔਰ ਉਸ ਜਿਹੜੇ ਪੀਰੀਅਡ ਦੇ ਸੀ, ਉਹਨਾਂ ਨੇ ਪਗੜੀ ਸੰਭਾਲ ਹੋਏ ਜੱਟਾ ਲਹਿਰ ਦੇ ਥੱਲੇ ਅੰਗਰੇਜ਼ਾਂ ਦੇ ਗੋਡੇ ਲਵਾ ਕੇ ਉਹਨਾਂ ਨੂੰ ਉਹ ਵਾਪਸ ਲੈਣ ਤੇ ਮਜਬੂਰ ਕੀਤਾ ਸੀ। ਸੋ ਆਲਰੇਡੀ ਉਹਨਾਂ ਨੇ ਇਹ ਜਿਹੜਾ ਹਾਰ ਦੇਖੀ ਹੋਈ ਸੀ, ਗਦਰੀ ਬਾਬਿਆਂ ਦੀਆਂ ਐਕਟੀਵਿਟੀ ਸਾਹਮਣੇ ਸੀ, ਭਾਵੇਂ ਉਹਨਾਂ ਨੂੰ ਗੱਦਾਰਾਂ ਦੀ ਬਦੌਲਤ ਕਾਮਯਾਬ ਨਹੀਂ ਹੋਏ, ਪਰ ਉਹ ਸਮਝਦੇ ਸੀ ਕਿ ਪੰਜਾਬ ਦੇ ਵਿੱਚ ਧਰਤੀ ਜਿਹੜੀ ਹੈ ਉਹ ਫਰਟੇਲ ਹੈ ਰੈਵੋਲੂਸ਼ਨ ਦੇ ਲਈ, ਔਰ ਸਿੱਖ ਇਤਿਹਾਸ ਤੋਂ ਚੰਗੀ ਤਰ੍ਹਾਂ ਵਾਕਿਫ ਸੀ। ਔਰ ਇਸ ਸਾਰੇ ਦੌਰੇ 'ਚ ਉਹਨਾਂ ਨੇ ਕਿਹਾ, ਮਾਈਕਲ ਓਡਵਾਇਰ ਨੇ, ਕਿ ਇਹਨਾਂ ਨੂੰ ਸਬਕ ਸਿਖਾਉਣਾ ਚਾਹੀਦਾ। ਔਰ ਜਲਿਆਂਵਾਲਾ ਬਾਗ ਬਿਲਕੁਲ ਦਰਬਾਰ ਸਾਹਿਬ ਦੇ ਨੈਕਸਟ, ਜਦੋਂ ਅਸੀਂ ਘੰਟਾ ਘਰ ਵਾਲੇ ਪਾਸਿਓਂ ਆਉਂਦੇ ਤੇ ਨੁੱਕਰ ਦੇ ਉੱਤੇ ਹੀ ਆ ਕਾਰਨਰ ਤੇ। ਸੋ ਦਿਨ ਵੀ ਵਿਸਾਖੀ ਦਾ ਸੀ, 13 ਅਪ੍ਰੈਲ 1919, ਔਰ ਅਗਲੇ ਵਰੇ 100 ਸਾਲ ਇਸ ਗੱਲ ਨੂੰ ਹੋ ਜਾਣੇ ਨੇ। ਔਰ ਉਸ ਵੇਲੇ ਅੰਮ੍ਰਿਤਸਰ ਦੇ ਅੰਦਰ ਬ੍ਰਿਗੇਡੀਅਰ, ਜਿਸ ਨੂੰ ਬਹੁਤ ਵਾਰ ਜਨਰਲ ਡਾਇਰ ਕਰਕੇ ਕਿਹਾ ਜਾਂਦਾ ਹੈ, ਇਹ ਡਾਇਰ ਡੀ ਨਾਲ ਲਿਖਿਆ ਜਾਂਦਾ ਹੈ, ਉਹ ਇੰਚਾਰਜ ਸੀ। ਔਰ ਉਹਨੂੰ ਜਿਹੜਾ ਮਾਈਕਲ ਓਡਵਾਇਰ ਦਾ ਹੀ ਸੀ ਕਿ ਇਹਨਾਂ ਨੂੰ ਸਬਕ ਸਿਖਾਉਣਾ। ਸੋ ਉਸ ਤੋਂ 2-3 ਦਿਨ ਪਹਿਲਾਂ ਕੁਝ ਘਟਨਾਵਾਂ ਅੰਮ੍ਰਿਤਸਰ 'ਚ ਹੋਈਆਂ ਜਿਹੜੀਆਂ ਹਿੰਸਾ ਵੱਲ ਸੰਕੇਤ ਕਰਦੀਆਂ ਸੀ। ਤੇ ਜਲਿਆਂਵਾਲੇ ਬਾਗ 'ਚ ਕੀ ਹੋਇਆ ਮੈਂ ਵੇਰਵੇ 'ਚ ਨਹੀਂ ਜਾਵਾਂਗਾ, ਕਿਵੇਂ ਇੱਕ ਤੰਗ ਰਸਤੇ ਦੇ ਉੱਤੇ ਆ ਕੇ ਉਹਨੇ ਡਾਇਰ ਨੇ, ਮੇਜਰ ਜਨਰਲ ਨੇ, ਉਸ ਨੂੰ ਬਲੌਕ ਕਰ ਲਿਆ। ਔਰ ਕਿਵੇਂ ਉਹਨੇ ਫਿਰ ਮਸ਼ੀਨ ਗਨ ਦੇ ਨਾਲ ਔਰ ਕਿੰਨੇ 10 ਮਿੰਟ ਜਾਂ 12 ਮਿੰਟ ਦੇ ਵਿੱਚ ਕਿੰਨੇ ਹਜ਼ਾਰ ਕਾਰਤੂਸ ਚਲਾਏ। ਔਰ ਬਹੁਤ ਸਾਰੇ ਜਿਹੜੀ ਉਹਨਾਂ ਦੀ ਫੌਜ ਸੀ, ਉਹਨਾਂ 'ਚ ਗੋਰਖੇ ਸੀ ਔਰ ਆਰਡਰ ਕਰਨ ਵਾਲਾ ਉਹ ਸੀ, ਰਸਤਾ ਕੋਈ ਨਹੀਂ ਸੀ। 600-700 ਦੇ ਕਰੀਬ ਬੰਦੇ ਮਾਰੇ ਗਏ, ਕੁਛ ਜਿਹੜੇ ਨੇ ਉਹ ਜ਼ਖਮੀ ਹੋਏ, ਕੁਛ ਨੇ ਖੂਹਾਂ ਦੇ ਵਿੱਚ ਛਾਲਾਂ ਮਾਰੀਆਂ। ਸੋ ਕੁੱਲ ਮਿਲਾ ਕੇ ਜੇ ਅਸੀਂ ਉਸ ਸਾਰੇ ਪੀਰੀਅਡ ਦੇ, ਕਿਉਂਕਿ ਉਸ ਤੋਂ ਬਾਅਦ ਇਹਦੀ ਇਨਕੁਆਇਰੀ ਹੋਈ, ਹੰਟਰ ਕਮਿਸ਼ਨ ਬੈਠਾ ਹੈ, ਉਹਨੂੰ ਡਿਮੋਟ ਕੀਤਾ ਗਿਆ, ਡਾਇਰ ਨੂੰ ਵਾਪਸ ਭੇਜਿਆ ਗਿਆ। ਲੇਕਿਨ ਈਵਨ ਬਾਈ ਲਿਬਰਲ ਅਕਾਊਂਟਸ, ਲੇਕਿਨ ਜਿਹੜੇ ਬਚੇ ਜਾਂ ਉਹਨਾਂ ਦੇ ਜਿਹੜੇ ਮਾਰੇ ਗਏ ਉਹਨਾਂ ਦੇ ਪਰਿਵਾਰਾਂ ਨੂੰ ਕੰਪਨਸੇਸ਼ਨ ਵੀ ਦਿੱਤਾ ਗਿਆ ਹੰਟਰ ਕਮਿਸ਼ਨ ਰਿਪੋਰਟ ਤੋਂ ਬਾਅਦ। ਲੇਕਿਨ ਇਸ 'ਚ ਕੋਈ ਸ਼ੱਕ ਨਹੀਂ ਕਿ ਇਹ ਇੱਕ ਬਾਰਬੈਰਿਟੀ, ਜ਼ੁਲਮ ਦੀ ਉਸ ਪੀਰੀਅਡ ਦੇ ਵਿੱਚ ਸ਼ਾਂਤਮਈ ਲੋਕ ਜਿਹੜੇ ਬੈਠੇ ਸੁਣ ਰਹੇ ਸੀ ਲੈਕਚਰਸ, ਔਰ ਬਹੁਤ ਸਾਰੇ ਉਹ ਸੀ ਜਿਹੜੇ ਦਰਬਾਰ ਸਾਹਿਬ ਦੇ ਦਰਸ਼ਨ ਕਰਕੇ ਜਿਹੜੇ ਨੇ ਆ ਕੇ, ਕਿਉਂਕਿ ਵਿਸਾਖੀ ਦਾ ਦਿਨ ਸੀ, ਖਾਲਸਾ ਸਾਜਨਾ ਦਿਵਸ ਦਾ, ਔਰ ਇਸ ਦੀ ਜਿਹੜੀ ਹੈ ਬਹੁਤ ਚਾਰ ਚਫੇਰੇ, ਇਸ ਦਾ ਜਿਹੜਾ ਉਹ ਰੋਸ ਵੀ ਜਾਗਿਆ। ਰਵਿੰਦਰਨਾਥ ਟੈਗੋਰ ਨੇ ਆਪਣਾ ਸਰ ਦਾ ਖਿਤਾਬ ਵਾਪਸ ਕਰ ਦਿੱਤਾ, ਗਾਂਧੀ ਨੇ ਵੀ, ਦੂਜੇ ਕਾਂਗਰਸ ਨੇ ਤਾਂ ਇਸ ਦਾ ਐਡਵਾਂਟੇਜ ਚੁੱਕਿਆ। ਪਰ ਜਿਸ ਬਹਾਦਰ ਸੂਰਮੇ ਦੀ ਗੱਲ ਅੱਜ ਅਸੀਂ ਉਸ ਦੇ ਸ਼ਹੀਦੀ ਦਿਨ ਤੇ ਗੱਲ ਕਰ ਰਹੇ ਹਾਂ, ਔਰ 78 ਵਰੇ ਪਹਿਲਾਂ ਸ਼ਹੀਦ ਊਧਮ ਸਿੰਘ ਇੰਗਲੈਂਡ ਦੇ ਵਿੱਚ ਜਿਹੜਾ ਉਹ ਫਾਂਸੀ ਤੇ ਚਾੜ ਕੇ ਸ਼ਹੀਦ ਕੀਤੇ ਜਾਂਦੇ ਨੇ। ਇਹ ਉਹ ਛੋਟਾ ਬੱਚਾ ਜਿਹੜਾ ਬਚਪਨ ਦੇ ਵਿੱਚ, ਜਿਸ ਦੀ ਮਾਂ ਬਹੁਤ ਛੋਟੀ ਉਮਰ 'ਚ ਹੀ ਪਿਤਾ, ਔਰ ਫਿਰ ਜਿਹੜਾ ਉਹ ਤੇ ਉਹਨਾਂ ਦੇ ਭਰਾ ਜਿਹੜੇ ਨੇ ਉਹ ਸੈਂਟਰਲ ਖਾਲਸਾ ਯਤੀਮਖਾਨਾ 'ਚ ਦਾਖਲ ਕਰਵਾਏ ਜਾਂਦੇ ਨੇ। ਕੁਝ ਸਾਲਾਂ ਬਾਅਦ ਉਹਨਾਂ ਦੇ ਭਰਾ ਦੀ ਵੀ ਮੌਤ ਹੋ ਜਾਂਦੀ ਹੈ। ਔਰ ਇਹ ਊਧਮ ਸਿੰਘ ਸੁਨਾਮ ਦਾ ਰਹਿਣ ਵਾਲਾ ਇੱਕ ਯਤੀਮ ਬੱਚਾ, ਕਿਉਂ ਜਿਹੜਾ ਕਿ ਅੰਮ੍ਰਿਤਧਾਰੀ ਸਿੰਘ ਹੈ, ਸੈਂਟਰਲ ਖਾਲਸਾ ਯਤੀਮਖਾਨਾ 'ਚੋਂ ਹੀ ਆਪਣੀ ਮੈਟ੍ਰਿਕ ਦੀ ਪ੍ਰੀਖਿਆ ਜਿਹੜੀ ਹੈ ਉਹ ਪਾਸ ਕਰਦਾ, ਕਿਉਂਕਿ ਉਸ ਵੇਲੇ ਪੜ੍ਹਾਈ ਵੀ ਨਾਲ ਜਿਹੜੀ ਹੈ ਯਤੀਮਖਾਨੇ ਦੇ ਵਿੱਚ। ਅੱਜ ਵੀ ਮੇਰਾ ਅਕਸਰ ਅੰਮ੍ਰਿਤਸਰ ਜਾਣ ਲੱਗਿਆ ਜਦੋਂ ਵੀ ਸੀ, ਜਿਹੜੀਆਂ 2 ਦਰਬਾਰ ਸਾਹਿਬ ਦੇ ਦਰਸ਼ਨਾਂ ਤੋਂ ਬਾਅਦ 2 ਡੈਸਟੀਨੇਸ਼ਨਸ ਮੇਰੀ ਹਰ ਵਿਜ਼ਿਟ ਦੀਆਂ ਸੀ, ਉਹਨਾਂ ਦੇ ਵਿੱਚ ਇੱਕ ਭਗਤ ਪੂਰਨ ਸਿੰਘ ਜੀ ਦਾ ਪਿੰਗਲਵਾੜਾ ਤੇ ਇੱਕ ਸੈਂਟਰਲ ਖਾਲਸਾ ਯਤੀਮਖਾਨਾ ਤੇ ਸੂਰਮਾ ਸਿੰਘ ਆਸ਼ਰਮ, ਇਹ ਨਾਲ ਨੇ, ਜਿੱਥੇ ਕਿ ਸੂਰਮਾ ਸਿੰਘ ਆਸ਼ਰਮ 'ਚ ਜਿਹੜੇ ਬਲਾਈਂਡ ਨੇ ਬੱਚੇ, ਉਹਨਾਂ ਨੂੰ ਕੀਰਤਨ ਸਿਖਾਇਆ ਜਾਂਦਾ ਹੈ, ਹੋਰ ਬਰੇਲ ਜਿਹਦੇ ਰਾਹੀਂ ਉਹ ਪੜ੍ਹਦੇ ਨੇ, ਔਰ ਸੈਂਟਰਲ ਖਾਲਸਾ ਯਤੀਮਖਾਨਾ। ਔਰ ਇਹ ਮੈਂ ਸਮਝਦਾ ਹਾਂ ਕਿ ਇਹ ਉਸ ਟ੍ਰੇਨਿੰਗ ਦਾ ਮੁੱਢਲੀ ਤੌਰ ਤੇ ਹਿੱਸਾ ਸੀ ਕਿ ਉਹ ਯਤੀਮ ਬੱਚਾ ਸੁਨਾਮ ਦਾ, ਜਿਸ ਨੂੰ ਸਿੱਖ ਸੰਸਥਾ ਨੇ ਮੌਕਾ ਵੀ ਦਿੱਤਾ ਆਪਣੇ ਆਪ ਨੂੰ
ਅੱਗੇ ਤੋਰਨ ਦਾ ਜੀ ਤੇ ਅੰਮ੍ਰਿਤਧਾਰੀ ਬੱਚੇ ਔਰ ਉਸ ਦੇ ਨਾਲ ਉਹ ਅਣਖ ਵੀ ਜਿਹੜੀ ਸਿੱਖੀ ਦਾ ਲੈਸਨ ਜਿਹੜੀ ਮੈਂ ਸ਼ੁਰੂਆਤ 'ਚ ਗੱਲ ਕੀਤੀ ਸੀ ਕਿ ਭਾਈ ਜ਼ੁਲਮ ਨੂੰ ਜਿਹੜਾ ਉਹ ਚੈਲੰਜ ਕਰਨਾ ਹੈ, ਇੱਥੇ ਆ ਕੇ ਦੋ ਵਰਸ਼ਨਸ ਬਣ ਜਾਂਦੀਆਂ ਕਿਉਂਕਿ ਹੁਣ ਤੱਕ ਅਸੀਂ ਜੋ ਕਹਿੰਦੇ ਰਹੇ ਹਾਂ ਜਾਂ ਦੁਹਰਾਉਂਦੇ ਰਹੇ ਹਾਂ ਕਿ ਊਧਮ ਸਿੰਘ ਆਪਣੇ ਬਾਕੀ ਬੱਚਿਆਂ ਦੇ ਨਾਲ ਜਿਹੜੇ ਨੇ ਉੱਥੇ ਪਾਣੀ ਦੀ ਸੇਵਾ ਕਰ ਰਹੇ ਸਨ, ਜਿਹੜੇ ਜਲਿਆਂਵਾਲੇ ਬਾਗ 'ਚ ਉਹਨਾਂ ਨੇ ਆਪਣੀਆਂ ਅੱਖਾਂ ਦੇ ਨਾਲ ਇਸ ਸਾਰੇ ਨੂੰ ਦੇਖਿਆ। ਹਾਲਾਂਕਿ ਇੱਕ ਆਰਟੀਕਲ ਪਿਛਲੇ ਦਿਨਾਂ 'ਚ ਟ੍ਰਿਬਿਊਨ 'ਚ 78 years after his martyrdom ਊਧਮ ਸਿੰਘ myths are still alive। ਹੁਣ ਬਹੁਤ ਸਾਰੀਆਂ ਜਿਹੜੀਆਂ ਨਵੀਆਂ ਰਿਸਰਚਿਸ ਨੇ ਉਹਨਾਂ ਦਾ ਇਹ ਕਹਿਣਾ ਹੈ ਵੀ ਉਹ ਮੌਕੇ ਤੇ ਮੌਜੂਦ ਨਹੀਂ ਸੀ, ਉਹ ਕਿਸੇ ਹੋਰ ਥਾਂ ਉਹਨੇ ਨੌਕਰੀ ਕੀਤੀ ਹੋਈ ਸੀ। ਮੈਂ ਇਸ ਡਿਟੇਲ 'ਚ ਨਹੀਂ ਜਾਣਾ ਚਾਹੁੰਦਾ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਊਧਮ ਸਿੰਘ ਨੇ ਇਸ ਸਾਰੇ ਨੂੰ, ਕਿਉਂਕਿ ਅੰਮ੍ਰਿਤਸਰ ਸ਼ਹਿਰ ਜਦੋਂ ਤੁਹਾਡੇ ਮਾਤਾ ਪਿਤਾ ਹੀ ਨਹੀਂ ਰਹਿੰਦੇ, ਉਸ ਦਾ ਜਿਹੜਾ ਮੂਲ ਤੌਰ ਦੇ ਉੱਤੇ ਸੰਬੰਧ ਅੰਮ੍ਰਿਤਸਰ ਨਾਲ ਜੁੜਿਆ ਹੋਇਆ ਸੀ। ਵੈਦਰ ਉੱਥੇ ਜਲਿਆਂਵਾਲੇ ਬਾਗ 'ਚ ਮੌਜੂਦ ਸੀ ਜਾਂ ਬਾਅਦ 'ਚ ਉਸ ਨੂੰ ਇਸ ਘਟਨਾ ਦਾ ਪਤਾ ਲੱਗਾ, ਪਰ ਇਸ ਨੌਜਵਾਨ ਨੇ ਆਪਣੇ ਮਨ ਦੇ ਵਿੱਚ ਜਿਹੜੀ ਹੈ ਗੱਲ, ਔਰ ਇਹ ਜੇ ਅਸੀਂ ਦੇਖੀਏ ਕਿ 1899 'ਚ ਉਹਨਾਂ ਦਾ ਜਨਮ ਹੁੰਦਾ ਹੈ ਤੇ ਜਦੋਂ ਇਹ 1919 ਦੇ ਵਿੱਚ ਹੁੰਦਾ ਹੈ ਤੇ ਉਹਨਾਂ ਦੀ ਉਮਰ ਜਿਹੜੀ ਹੈ ਉਹ 20 ਸਾਲ ਦੀ ਹੈ। ਹੁਣ 20 ਸਾਲ ਦੀ ਉਮਰ ਦਾ ਨੌਜਵਾਨ ਜਿਸ ਦੇ ਸਾਹਮਣੇ ਜਿਹਦਾ ਬਚਪਨ ਇਸ ਕਿਸਮ ਦਾ ਟਰਬਲਡ ਰਿਹਾ, ਬਹੁਤ ਸਾਰੇ ਅਸੀਂ ਕਰੀਅਰ ਬਾਰੇ ਸੋਚਾਂਗੇ, ਵਿਆਹ ਬਾਰੇ ਸੋਚਾਂਗੇ, ਗ੍ਰਸਤ ਨੂੰ ਜੀਵਨ ਨੂੰ ਸ਼ੁਰੂ ਕਰਨ ਬਾਰੇ ਸੋਚਾਂਗੇ, ਲੇਕਿਨ ਇਸ ਨੌਜਵਾਨ ਨੇ ਇਹ ਫੈਸਲਾ ਕੀਤਾ ਕਿ ਭਾਈ ਨਹੀਂ, ਇਹ ਮੇਰੇ ਲੋਕਾਂ ਦੇ ਨਾਲ ਇਸ ਲਈ ਹੋਇਆ ਕਿ ਵੀ ਅਸੀਂ ਗੁਲਾਮ ਹੈ, ਇਸ ਗੁਲਾਮੀ ਦੇ ਸੰਗਲ ਕੱਟਣੇ ਨੇ। ਔਰ ਉਸ ਸਾਰੀ ਜਿਹੜੀ ਚਾਹਤ ਫਿਰ ਉਹਨਾਂ ਦੇ ਜੀਵਨ ਦਾ ਸਫ਼ਰ ਸ਼ੁਰੂ ਹੁੰਦਾ ਹੈ। ਉਹ ਅਮਰੀਕਾ ਵੀ ਆਉਂਦੇ ਨੇ, ਕੁਝ ਪੀਰੀਅਡ ਉਹ ਨਿਊਯਾਰਕ ਵੀ ਰਹੇ, ਜਦੋਂ ਸਟਾਕਟਨ ਦਾ ਜਿਹੜਾ ਕੈਲੀਫੋਰਨੀਆ ਦਾ ਏਰੀਆ, ਕਿਉਂਕਿ ਉਹ ਕਿਸੇ ਵੇਲੇ ਗਦਰੀਆਂ ਦਾ ਜਿਹੜਾ ਉਹ ਸਾਰਾ ਐਕਟੀਵਿਟੀ ਦਾ ਕੇਂਦਰ ਸੀ। ਔਰ ਉਸ ਸਾਰੇ ਪੀਰੀਅਡ 'ਚ 1920 'ਚ ਫਿਰ ਅਸੀਂ ਦੇਖਦੇ ਹਾਂ ਕਿ ਜਿਹੜੇ ਲੈਫਟ ਓਵਰ ਗਦਰੀ ਬਾਬੇ ਸੀ ਉਹਨਾਂ ਨੇ ਬੱਬਰ ਅਕਾਲੀ ਲਹਿਰ ਜਿਹੜੀ ਦੁਆਬੇ 'ਚ ਖਾਸ ਤੌਰ ਤੇ ਜਿਹਦਾ ਜ਼ੋਰ ਸੀ, ਜਿਹਦੇ 'ਚ ਕਿਹੜੇ ਟੋਡੀ ਸੀ ਅੰਗਰੇਜ਼ਾਂ ਦੇ ਮੁਖਬਰ ਸੀ, ਉਹਨਾਂ ਨੂੰ ਚੁਣ ਚੁਣ ਕੇ ਮਾਰਿਆ ਜਾ ਰਿਹਾ ਸੀ। ਸੋ ਊਧਮ ਸਿੰਘ ਨੇ ਫਿਰ ਵਾਪਸ ਜਾਣ ਦਾ ਫੈਸਲਾ ਕੀਤਾ। ਉਹਨੇ ਬਾਕੀ ਇੱਕ ਲੰਬੀ ਕਹਾਣੀ ਹੈ ਕਿ ਕਿਵੇਂ ਉਹਨੇ ਮਾਈਕਲ ਔਡਵਾਇਰ ਤੱਕ ਜਿਹੜੀ ਹੈ ਉਹ ਪਹੁੰਚ ਕੀਤੀ ਇੰਗਲੈਂਡ ਦੇ ਵਿੱਚ, ਜਦੋਂ ਕਿ ਖਾਸ ਤੌਰ ਤੇ ਉਹ ਡਾਇਰ ਤਾਂ ਥੋੜੇ ਵਕਤ ਬਾਅਦ ਮਰ ਗਿਆ ਇੰਗਲੈਂਡ 'ਚ ਆਪਣੀ ਕੁਦਰਤੀ ਮੌਤ ਦੇ ਨਾਲ। ਔਰ ਇਧਰ ਜਦੋਂ ਕਿ ਕੈਕਸਟਨ ਹਾਲ ਦੇ ਵਿੱਚ ਲੰਡਨ ਦੇ ਮਾਈਕਲ ਔਡਵਾਇਰ ਜਿਹੜਾ ਹੈ ਉਹ, ਔਰ ਤਰੀਕ ਜਿਹੜੀ ਹੈ 13 ਮਾਰਚ 1940 ਨੂੰ ਲੈਕਚਰ ਕਰਨ ਦੇ ਲਈ ਖਲੋਤਾ, ਜਿੱਥੇ ਉਹ ਬੜੇ ਫਖਰ ਦੇ ਨਾਲ ਕਹਿ ਰਿਹਾ ਸੀ ਕਿ ਮੈਂ ਕਿਵੇਂ ਹਿੰਦੁਸਤਾਨੀਆਂ ਨੂੰ ਸਬਕ ਸਿਖਾਇਆ, ਮੈਂ ਕੀ ਕੀਤਾ। ਤੇ ਸ਼ਹੀਦ ਊਧਮ ਸਿੰਘ ਜਿਹੜੇ ਆਲ ਦਾ ਵੇ ਉਹਦਾ ਪਿੱਛਾ ਕਰਦੇ ਕਰਦੇ ਉੱਥੇ ਪਹੁੰਚ ਗਏ ਸੀ। ਉਹਨਾਂ ਨੇ ਆਪਣੀ ਪਿਸਤੌਲ ਦੇ ਨਾਲ ਉਸ ਨੂੰ ਜਿਹੜਾ ਉਹ ਸ਼ੂਟ ਡਾਊਨ ਕੀਤਾ। ਇੱਕ ਦੋ ਗੋਲੀਆਂ ਜਿਹੜੀਆਂ ਨਾਲ ਉਹਦੇ ਜਿਹੜਾ ਸਟੇਟ ਡਿਪਾਰਟਮੈਂਟ ਜਿਹਨੂੰ ਅਸੀਂ ਇੱਥੇ ਕਹਿੰਦੇ ਹਾਂ ਉਹਨਾਂ ਨੂੰ ਵੀ ਲੱਗੀਆਂ। ਸੋ ਕੁੱਲ ਮਿਲਾ ਕੇ ਉਹਨੇ ਸ਼ਹੀਦ ਊਧਮ ਸਿੰਘ ਨੇ ਦੌੜਨ ਦੀ ਕੋਸ਼ਿਸ਼ ਨਹੀਂ ਕੀਤੀ, ਉੱਥੇ ਹੀ ਉਹਨੇ ਖਲੋ ਕੇ ਜਿਹੜਾ ਹੈ ਉਹ ਆਪਣੇ ਆਪ ਨੂੰ ਹਵਾਲੇ ਕੀਤਾ। ਔਰ ਫਿਰ ਜਿਹੜਾ ਉਹਨਾਂ ਦਾ ਟ੍ਰਾਇਲ ਵੀ ਚੱਲਿਆ, ਉਸ ਦੇ ਵਿੱਚ ਇੱਕ ਗੱਲ ਬੜੀ ਖੂਬਸੂਰਤ ਕਿ ਵੀ ਉਹਨਾਂ ਨੇ ਆਪਣੇ ਆਪ ਨੂੰ ਇੱਕ ਆਜ਼ਾਦੀ ਦੇ ਪ੍ਰਤੀਕ ਦੇ ਤੌਰ ਤੇ ਮੁਹੰਮਦ ਸਿੰਘ ਆਜ਼ਾਦ ਜਿਹੜਾ ਉਹ ਉਹਨਾਂ ਨੇ ਆਪਣਾ ਨਾਂ ਦੱਸਿਆ। ਔਰ ਜਿਹੜੀ ਉਹਨਾਂ ਦੀ ਖਾਸ ਤੌਰ ਤੇ ਸਟੇਟਮੈਂਟ ਜਦੋਂ ਕਿ ਉਹਨਾਂ ਨੇ ਉਸ ਟ੍ਰਾਇਲ ਦੇ ਵਿੱਚ ਦਿੱਤੀ, ਉਹਨਾਂ ਨੇ ਕਿਹਾ ਆਈ ਡਿਡ ਇਟ ਬਿਕੋਜ਼ ਆਈ ਹੈਡ ਏ ਗਰਜ ਅਗੇਂਸਟ ਹਿਮ, ਕਿ ਮੈਂ ਇਸ ਲਈ ਕੀਤਾ ਹੈ ਕਿ ਮੈਨੂੰ ਉਹਦੇ ਖਿਲਾਫ ਗੁੱਸਾ ਸੀ। ਹੀ ਡਿਜ਼ਰਵਡ ਇਟ, ਉਹ ਇਸ ਦਾ ਹੱਕਦਾਰ ਸੀ। ਹੀ ਵਾਜ਼ ਦਾ ਰੀਅਲ ਕਲਪਰੇਟ, ਉਹ ਅਸਲ ਦੋਸ਼ੀ ਸੀ। ਹੀ ਵਾਂਟਡ ਟੂ ਕ੍ਰਸ਼ ਦਾ ਸਪਿਰਿਟ ਆਫ ਮਾਈ ਪੀਪਲ ਸੋ ਆਈ ਹੈਵ ਕ੍ਰਸ਼ਡ ਹਿਮ, ਉਹ ਮੇਰੇ ਲੋਕਾਂ ਦੀ ਰੂਹ ਨੂੰ ਔਰ ਉਹਨਾਂ ਦੀ ਜਿਹੜੀ ਉਹਨਾਂ ਦੇ ਉਤਸ਼ਾਹ ਨੂੰ ਜਿਹੜਾ ਕੁਚਲਣਾ ਚਾਹੁੰਦਾ ਸੀ, ਪਰ ਮੈਂ ਉਹਨੂੰ ਕੁਚਲ ਦਿੱਤਾ। ਫॉर full 21 years I have been trying to seek vengeance, 21 ਸਾਲ ਮੈਂ ਇਹਦਾ ਪਿੱਛਾ ਕੀਤਾ ਬਦਲਾ ਲੈਣ ਦੇ ਲਈ। I am happy that I have done the job, ਮੈਨੂੰ ਖੁਸ਼ੀ ਹੈ ਕਿ ਮੈਂ ਆਪਣੇ ਇਸ ਪ੍ਰਣ ਦੇ ਵਿੱਚ ਕਾਮਯਾਬ ਹੋਇਆ। I am not scared of death, ਮੈਨੂੰ ਮੌਤ ਦਾ ਕੋਈ ਡਰ ਨਹੀਂ ਹੈ। I am dying for my country, ਮੈਂ ਆਪਣੇ ਵਤਨ ਲਈ ਮਰ ਰਿਹਾ। I have seen my people starving in India under the British rule, ਮੈਂ ਦੇਖਿਆ ਕਿ ਤੁਹਾਡੇ ਰਾਜ ਦੇ ਵਿੱਚ ਅੰਗਰੇਜ਼ੀ ਰਾਜ ਮੇਰੇ ਲੋਕ ਭੁੱਖੇ ਮਰ ਰਹੇ ਨੇ। I have protested against this, it was my duty, ਮੈਂ ਇਸ ਦੇ ਖਿਲਾਫ ਹੀ ਇਹ ਵਿਦਰੋਹ ਕਰ ਰਿਹਾ ਹਾਂ, ਮੇਰਾ ਫਰਜ਼ ਹੈ। What greater honor could be bestowed on me than death for the sake of my motherland, ਮੇਰੇ ਲਈ
ਇਸ ਤੋਂ ਵੱਧ ਕੇ ਹੋਰ ਕੀ ਫਖਰ ਵਾਲੀ ਗੱਲ ਹੋਏਗੀ ਕਿ ਮੈਂ ਆਪਣੇ ਵਤਨ ਦੇ ਲਈ ਜਿਹੜਾ ਉਹ ਕੁਰਬਾਨ ਹੋ ਰਿਹਾ। ਸੋ ਜ਼ਾਹਰ ਹੈ ਕਿ ਇਹ ਔਰ ਅੱਜ ਦੇ ਦਿਨ 31 ਜੁਲਾਈ 1940 ਨੂੰ ਉਹਨਾਂ ਨੂੰ ਪੈਂਟੋਨਵਿਲ ਪ੍ਰਿਜ਼ਨ ਦੇ ਵਿੱਚ ਹੈਂਗ ਕੀਤਾ ਗਿਆ ਔਰ ਇਹ ਜਿਹੜੇ ਨੇ ਉਹਨਾਂ ਦੀ ਖਾਹਿਸ਼ ਸੀ ਕਿ ਮੇਰੇ ਜਿਹੜੇ ਰਿਮੇਨਸ ਨੇ, ਅਸਥੀਆਂ ਨੇ, ਵਾਪਸ ਵਤਨ ਜਾਣ। ਉਹ ਉਹਨਾਂ ਨੇ ਉਦੋਂ ਜਾਣ ਨਹੀਂ ਦਿੱਤੀਆਂ, ਪਰ ਜਦੋਂ ਗਿਆਨੀ ਜ਼ੈਲ ਸਿੰਘ ਚੀਫ ਮਿਨਿਸਟਰ ਸੀ 1970ਵਿਆਂ 'ਚ ਇਹ ਜਿਹੜਾ ਹੈ ਫਿਰ ਉਹ ਸਿਰ ਤੇ ਚੁੱਕ ਕੇ ਥਾਂ ਥਾਂ ਘੁੰਮ ਕੇ ਉਹਦੇ 'ਚ ਸਿਆਸੀ ਵੋਟਾਂ ਲੱਭਦੇ ਰਹੇ। ਇਹ ਵੱਖਰੀ ਗੱਲ ਹੈ ਵੀ ਜਿਸ ਵਤਨ ਦੀ ਔਰ ਕੌਮ ਦੀ ਆਨ ਅਣਖ ਦੇ ਲਈ, ਰਿਵੈਂਜ ਲੈਣ ਦੇ ਲਈ ਸ਼ਹੀਦ ਊਧਮ ਸਿੰਘ ਕੁਰਬਾਨ ਹੋਏ। ਜੇ ਅਸੀਂ 15 ਅਗਸਤ 1947 ਤੋਂ ਬਾਅਦ ਦਾ ਪੀਰੀਅਡ ਦੇਖੀਏ, ਫਿਰ ਊਧਮ ਸਿੰਘ ਦੇ ਆਈਡੀਅਲ ਸ਼ਹੀਦ ਭਗਤ ਸਿੰਘ ਸਨ, ਸ਼ਹੀਦ ਭਗਤ ਸਿੰਘ ਦੇ ਆਈਡੀਅਲ ਕਰਤਾਰ ਸਿੰਘ ਸਰਾਭਾ ਸਨ, ਤੇ ਫਿਰ ਉਸ ਸਾਰੇ ਪਿਛਲੇ 70 ਸਾਲਾਂ 'ਚ ਕਰਤਾਰ ਸਿੰਘ ਸਰਾਭਾ, ਊਧਮ ਸਿੰਘ, ਭਗਤ ਸਿੰਘ ਦੀ ਕੌਮ ਨਾਲ ਕੀ ਵਾਪਰਿਆ, ਆਮ ਲੋਕਾਂ ਨਾਲ ਕੀ ਵਾਪਰਿਆ, ਕਿਸ ਗਰੀਬੀ ਚੋਂ, ਕਿਸ ਜ਼ੁਲਮ ਚੋਂ ਜਿਹੜਾ ਅੱਜ ਵੱਡਾ ਹਿੱਸਾ ਲੰਘ ਰਿਹਾ ਹੈ, ਇਹ ਇੱਕ ਵੱਖਰਾ ਵਿਸ਼ਾ ਜਿਸ ਦਾ ਅਸੀਂ ਜ਼ਿਕਰ ਕਰਦੇ ਹਾਂ। ਪਰ ਇਸ ਸਾਰੇ ਪੀਰੀਅਡ ਦੇ ਉੱਤੇ ਜਿਹੜਾ ਗਾਂਧੀ ਨੇ ਜਿਹੜਾ ਉਹ ਜਦੋਂ ਇਹ ਮਾਰਿਆ ਗਿਆ ਮਾਈਕਲ ਆਡਵਾਇਰ, ਉਹਨੇ ਕਿਹਾ ਐਨ ਐਕਟ ਆਫ ਇਨਸੈਨਿਟੀ ਕਿ ਪਾਗਲਪਨ ਦਾ ਜਿਹੜਾ ਇਹ ਕਾਰ ਹੈ। ਦਾ ਆਊਟਰੇਜ ਹੈਜ਼ ਕਾਜ਼ਡ ਮੀ ਡੀਪ ਪੇਨ, ਮੈਨੂੰ ਇਸ ਗੱਲ ਨੇ ਬਹੁਤ ਦੁਖੀ ਕੀਤਾ ਹੈ। ਆਈ ਰਿਗਾਰਡ ਇਟ ਐਜ਼ ਐਨ ਐਕਟ ਆਫ ਇਨਸੈਨਿਟੀ, ਮੈਂ ਇਸ ਨੂੰ ਇੱਕ ਪਾਗਲਪਨ ਦਾ ਐਕਟ ਸਮਝਦਾ। ਆਈ ਹੋਪ ਦਿਸ ਵਿਲ ਨਾਟ ਬੀ ਅਲਾਉਡ ਟੂ ਇਫੈਕਟ ਪੋਲੀਟੀਕਲ ਜਜਮੈਂਟ, ਕਿ ਇਹ ਕੋਈ ਸਿਆਸੀ ਨਜ਼ਰੀਏ ਦੇ ਉੱਤੇ ਇਹ ਗੱਲ ਪ੍ਰਭਾਵ, ਅੰਗਰੇਜ਼ਾਂ ਦੀ ਚਾਪਲੂਸੀ ਕਰ ਰਹੇ ਔਰ ਹੋਰਨਾਂ ਦਾ ਵੀ ਜਿਹੜਾ ਰਿਐਕਸ਼ਨ ਸੀ ਉਹ ਮੇਰੇ ਕੋਲ ਵਕਤ ਨਹੀਂ ਹੈ। ਪਰ ਇੱਕ ਗੱਲ ਜਿਹੜੀ ਅਸੀਂ ਸਮਝਦੇ ਹਾਂ, ਜਿੱਥੇ ਅਸੀਂ ਅੱਜ ਊਧਮ ਸਿੰਘ ਸ਼ਹੀਦ ਨੂੰ ਯਾਦ ਕਰ ਰਹੇ ਹਾਂ, ਉੱਥੇ ਜ਼ਾਹਰ ਹੈ ਕਿ ਜੇ 13 ਅਪ੍ਰੈਲ ਜਿਹੜਾ ਵਿਸਾਖੀ ਵਾਲਾ ਦਿਨ ਅੰਗਰੇਜ਼ਾਂ ਨੇ ਚੁਣਿਆ ਸੀ ਕਿ ਭਾਈ ਇਹ ਪੰਜਾਬ ਵਾਲਿਆਂ ਨੂੰ ਸਬਕ ਸਿਖਾਣਾ, ਬੇਗੁਨਾਹ ਲੋਕਾਂ ਦੇ ਉੱਤੇ 700-800 600-700 ਬੰਦਾ, 1000 ਤੋਂ ਵੀ ਘੱਟ ਹਰ ਅਕਾਊਂਟ ਦੇ ਥੱਲੇ, ਤੇ ਫਿਰ ਜੇ ਅਸੀਂ ਅਜੋਕੇ ਵਕਤ ਵੱਲ ਨਜ਼ਰ ਮਾਰੀਏ ਤੇ ਜੂਨ 84 ਦਾ ਪਹਿਲਾ ਹਫਤਾ, ਜੂਨ ਦਾ ਉਹ 3 ਜੂਨ ਦਾ ਦਿਨ, ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਨ, ਜਿਹੜਾ ਆਪਣੇ ਹਾਕਮਾਂ ਨੇ ਜਿਨ੍ਹਾਂ ਨੂੰ ਆਜ਼ਾਦੀ ਤੱਕ ਪਹੁੰਚਾਉਣ 'ਚ ਇਹਨਾਂ ਸੂਰਬੀਰਾਂ ਨੇ ਕੁਰਬਾਨੀਆਂ ਕੀਤੀਆਂ, ਕਿਵੇਂ ਜਿਹੜਾ ਟੈਂਕਾਂ ਤੋਪਾਂ ਦੇ ਹਮਲੇ ਨਾਲ 37 ਇਤਿਹਾਸਕ ਗੁਰਦੁਆਰੇ ਹਮਲੇ ਦਾ ਸ਼ਿਕਾਰ ਬਣਾਏ ਗਏ, ਉਹ ਸਾਡਾ ਜੂਨ 84 ਦਾ ਘੱਲੂਘਾਰ ਹਮੇਸ਼ਾ ਸਾਡੀਆਂ ਯਾਦਾਂ 'ਚ ਵਸਿਆ। ਪਰ ਜਿੱਥੇ ਅਸੀਂ ਸ਼ਹੀਦ ਊਧਮ ਸਿੰਘ ਨੂੰ ਯਾਦ ਕਰਦੇ ਹਾਂ, ਅੱਜ ਇਹ ਮੰਗ ਚੰਦੂ ਮਾਜਰੇ ਨੇ ਕੀਤੀ ਹੈ ਜੀ ਪਾਰਲੀਮੈਂਟ 'ਚ ਫੋਟੋ ਲਾਈ ਜਾਏ, ਉਹ ਅਗਲੇ ਸਾਲ ਉੱਥੇ ਜਲਿਆਂਵਾਲੇ ਬਾਗ, ਇਹ ਸਾਰੇ ਜਿਹੜੇ ਗੈਰਤ ਬੇਗੈਰਤ ਲੋਕ, ਇਹੀ ਚੰਦੂ ਮਾਜਰਾ ਜਿਹੜਾ ਬਰਗਾੜੀ 'ਚ ਮੋਰਚਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਉਸ ਦੇ ਖਿਲਾਫ ਟੁੱਟੀ ਭੱਜੀ ਹਿੰਦੀ ਦੇ ਵਿੱਚ ਪਾਰਲੀਮੈਂਟ 'ਚ ਬੋਲ ਰਹੇ, ਇਹੀ ਲੋਕ ਜਿਹੜੇ ਊਧਮ ਸਿੰਘ ਨੂੰ ਸੈਲੀਬ੍ਰੇਟ ਕਰ ਰਹੇ ਨੇ, ਉਸ ਨੂੰ ਮਹਾਨ ਨਾਇਕ ਦੱਸ ਰਹੇ ਨੇ ਕਿਉਂਕਿ ਉਹਨੇ ਜਲਿਆਂਵਾਲੇ ਬਾਗ ਦਾ ਬਦਲਾ ਲਿਆ। ਇਹਨਾਂ ਨੂੰ ਸ਼ਹੀਦ ਬੇਅੰਤ ਸਿੰਘ, ਸ਼ਹੀਦ ਸਤਵੰਤ ਸਿੰਘ, ਜਿੰਦਾ ਸੁੱਖਾ ਕਿਉਂ ਮਹਾਨ ਨਜ਼ਰ ਨਹੀਂ ਆਉਂਦੇ ਕਿ ਜਿਨ੍ਹਾਂ ਨੇ ਜੂਨ 84 ਦਾ ਘੱਲੂਘਾਰ ਹੈ ਜਿਸ ਦੇ ਵਿੱਚ ਹਜ਼ਾਰਾਂ ਬੇਗੁਨਾਹ ਮਾਰੇ ਗਏ, ਜਲਿਆਂਵਾਲੇ ਬਾਗ ਤਾਂ ਸੈਂਕੜੇ ਬੇਗੁਨਾਹ ਮਾਰੇ ਗਏ ਔਰ ਇੱਕ ਗੈਰ ਹਕੂਮਤ ਨੇ ਮਾਰੇ, ਲੇਕਿਨ ਉਸ ਧਰਤੀ ਦੇ ਉੱਤੇ ਦਰਬਾਰ ਸਾਹਿਬ ਦੇ ਪਵਿੱਤਰ ਮੁਕਾਮ ਤੇ ਕੋਈ ਜਲਿਆਂਵਾਲਾ ਬਾਗ, ਕੋਈ ਮੰਦਿਰ, ਕੋਈ ਮਸਜਿਦ ਨਹੀਂ ਸੀ, ਇੱਕ ਓਪਨ ਦੇ ਵਿੱਚ ਸੀ। ਪਰ ਇੱਥੇ ਸਿੱਖਾਂ ਦੇ ਪ੍ਰਾਣ ਪਿਆਰੇ ਹਰਮੰਦਰ ਸਾਹਿਬ 'ਚ ਟੈਂਕਾਂ ਤੋਪਾਂ ਦੇ ਨਾਲ ਹਮਲਾ ਔਰ ਕਿਵੇਂ ਪੰਜਾਬ ਭਰ ਦੇ ਇਤਿਹਾਸਕ ਗੁਰਦੁਆਰੇ 37 ਜਿਹੜੇ ਨੇ ਉਹ ਹਮਲੇ ਦਾ ਸ਼ਿਕਾਰ ਹੁੰਦੇ ਨੇ। ਤੇ ਜਿੱਥੇ ਅਸੀਂ ਸ਼ਹੀਦ ਊਧਮ ਸਿੰਘ ਸੁਨਾਮ ਜਿਹੜਾ ਉਹਨਾਂ ਦਾ ਕਸਬਾ ਸੀ ਉਸ ਨੂੰ ਯਾਦ ਕਰਦੇ ਹਾਂ, ਉਹ ਸਾਡੇ ਲਈ ਇੱਕ ਪਵਿੱਤਰ ਧਰਤੀ ਹੈ। ਉੱਥੇ ਸਾਡੇ ਲਈ ਸਾਡੇ ਬੇਅੰਤ ਸਿੰਘ, ਸਤਵੰਤ ਸਿੰਘ, ਸਾਡੇ ਜਿੰਦੇ ਸੁੱਖੇ, ਸਾਡੇ ਦਿਲਾਵਰ ਸਿੰਘ, ਸਾਡੇ ਜਗਤਾਰ ਸਿੰਘ ਹਵਾਰੇ, ਰਾਜੋ ਆਣੇ, ਇਹ ਉਵੇਂ ਹੀ ਉਸ ਸੱਚ ਕੀ ਬਾਣੀ ਨਾਨਕ ਆਖੇ ਸੱਚ ਸੁਣਾਏ ਸੀ ਸੱਚ ਕੀ ਬੇਲਾ, ਇਸ ਰਸਤੇ ਦੇ ਪਾਂਧੀ ਨੇ। ਔਰ ਅਸੀਂ ਅੱਜ ਦੇ ਦਿਨ ਜਿੱਥੇ ਸ਼ਹੀਦ ਊਧਮ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰ ਰਹੇ, ਉੱਥੇ ਉਹਨਾਂ ਸਾਰੇ ਸ਼ਹੀਦਾਂ ਨੂੰ ਵੀ ਆਪਣੀ ਯਾਦ ਦੇ ਵਿੱਚ ਲਿਆ ਰਹੇ।